ਅੱਜ ਆਪਾਂ ਗੱਲ ਕਰਾਂਗੇ ਵੇ ਪ੍ਰੋਟੀਨ ਆਈਸੋਲੇਟ ਤੇ ਵੇ ਪ੍ਰੋਟੀਨ ਕਨਸੈਂਟਰੇਟ ਦੇ ਵਿੱਚ ਫਰਕ ਕੀ ਆ। ਵੀਡੀਓ ਨੂੰ ਪੂਰੀ ਐਂਡ ਤੱਕ ਦੇਖਿਓ। ਪ੍ਰੋਟੀਨ ਨੂੰ ਦੇਖਣ ਦਾ ਤੁਹਾਡਾ ਨਜ਼ਰੀਆ ਬਦਲ ਦੂਗੀ ਇਹ ਵੀਡੀਓ। ਆਪਾਂ ਕੀ ਕਰਦੇ ਆ, ਆਪਾਂ ਸਿਰਫ 10% ਪ੍ਰੋਟੀਨ ਪਿੱਛੇ ਆਈਸੋਲੇਟ ਵੱਲ ਨੂੰ ਭੱਜਦੇ ਆ, ਜੋ ਕਿ ਆਪਾਂ ਨੂੰ ਕਨਸੈਂਟਰੇਟ ਤੋਂ ਮਹਿੰਗਾ ਪੈਂਦਾ। ਫਰਕ ਇੱਥੇ ਗਿਆ ਕਿ ਉਹਦੇ ਵਿੱਚ 10% ਪਰ ਸਕੂਪ ਪ੍ਰੋਟੀਨ ਜ਼ਿਆਦਾ ਹੁੰਦਾ ਤੇ ਜਿਹੜੇ ਵਾਧੂ ਮਾੜੇ ਮੋਟੇ, ਕੁਝ ਜ਼ਿਆਦਾ ਨਹੀਂ, ਮਾੜੇ ਮੋਟੇ ਫੈਟ ਤੇ ਕਾਰਬ ਘੱਟ ਕਰੇ ਹੁੰਦੇ ਨੇ। ਜੇ ਤੁਹਾਨੂੰ ਸਿੰਪਲ ਵੇ ਦੇ ਵਿੱਚੋਂ 80% ਪ੍ਰੋਟੀਨ ਮਿਲਦਾ ਪਰ ਸਕੂਪ, ਤਾਂ ਉਹਦੇ ਵਿੱਚੋਂ ਤੁਹਾਨੂੰ 1 ਜਾਂ 2 ਗ੍ਰਾਮ ਫੈਟ ਮਿਲਦੀ ਆ, 2 ਜਾਂ 3 ਗ੍ਰਾਮ ਤੁਹਾਨੂੰ ਕਾਰਬ ਮਿਲਦੇ ਨੇ। ਆਈਸੋਲੇਟ ਦੇ ਵਿੱਚ ਕੀ ਹੁੰਦਾ, ਕਈਆਂ ਦੇ ਵਿੱਚ 0.05 ਗ੍ਰਾਮ ਕਾਰਬ ਮਿਲਦਾ ਪਰ ਸਰਵਿੰਗ, ਜਾਂ 1 ਮਿਲਦਾ, ਜਾਂ ਕਈਆਂ 0 ਵੀ ਹੁੰਦੀ ਆ। ਫੈਟ ਘਟਾਈ ਹੁੰਦੀ ਆ 0.5, ਜਾਂ ਕਈਆਂ 'ਚ 0 ਹੁੰਦੀ ਆ, ਜਾਂ ਕਈਆਂ 'ਚ 1 ਗ੍ਰਾਮ ਹੁੰਦੀ ਆ। ਹੁਣ ਇੰਨੇ ਕੁ ਫਰਕ ਲਈ ਆਪਾਂ ਜ਼ਿਆਦਾ ਪੈਸੇ ਪੇ ਕਰਦੇ ਹਾਂ। ਮੈਂ ਤੁਹਾਨੂੰ ਸਟੱਡੀ ਵੀ ਦੱਸਣੀ ਆ ਕਿ ਜਿਹੜਾ ਵੇ ਕਨਸੈਂਟਰੇਟ ਆ ਉਹਦੇ ਆਈਸੋਲੇਟ ਨਾਲੋਂ ਵੱਧ ਰਿਜ਼ਲਟ ਨੇ। ਆਈਸੋਲੇਟ ਪ੍ਰੋਟੀਨ ਲੈਣਾ ਤੁਹਾਨੂੰ ਕੋਈ ਵੀ ਸੈਂਸ ਨਹੀਂ ਬਣਦੀ, ਕੋਈ ਮਤਲਬ ਨਹੀਂ ਬਣਦਾ ਆਪਣਾ ਆਈਸੋਲੇਟ ਪ੍ਰੋਟੀਨ ਲੈਣ ਦਾ, ਕਿਉਂਕਿ ਜਿਹੜਾ ਕਨਸੈਂਟਰੇਟ ਪ੍ਰੋਟੀਨ ਆ ਇਹ ਆਈਸੋਲੇਟ ਪ੍ਰੋਟੀਨ ਨਾਲੋਂ ਘੱਟ ਪ੍ਰੋਸੈਸ ਕਰਿਆ ਹੁੰਦਾ। ਜਿੰਨਾ ਤੁਸੀਂ ਮੰਨ ਲਓ ਹੁਣ ਐਕਸਟਰਾ ਕਾਰਬ ਕੱਢਣ ਦੇ ਚੱਕਰ ਦੇ ਵਿੱਚ ਜਿੰਨਾ ਤੁਸੀਂ ਪ੍ਰੋਟੀਨ ਨੂੰ ਹੋਰ ਪ੍ਰੋਸੈਸ ਕਰਦੇ ਹੋ, ਉਹਨਾਂ ਨੂੰ ਹੋਰ ਗਾਹਾਂ ਹਾਈਡਰੋਲਾਈਜ਼ ਵੀ ਕਰਦੇ ਨੇ, ਉਹਨਾਂ ਪ੍ਰੋਟੀਨ ਹੀਟ ਦੇ ਵਿੱਚ ਜਾ ਜਾ ਕੇ ਡੀਨੇਚਰ ਹੋ ਜਾਂਦਾ। ਮਤਲਬ ਉਹਦੀ ਬਾਇਓਲੋਜੀਕਲ ਵੈਲਿਊ ਘਟਦੀ ਆ ਚੀਜ਼ ਦੀ। ਹਰ ਇੱਕ ਜਿਹੜੀ ਚੀਜ਼ ਉਰੇ ਆਉਂਦੀ ਆ ਦੁਨੀਆ ਤੇ, ਹਰ ਇੱਕ ਜਿਹੜਾ ਫੂਡ ਆਉਂਦਾ ਉਹ ਕਮਜ਼ ਵਿਦ ਪੈਕੇਜ ਆਉਂਦਾ। ਮੰਨ ਲਓ ਹੁਣ ਤੁਸੀਂ 100 ਗ੍ਰਾਮ ਚਿਕਨ ਬ੍ਰੈਸਟ ਖਾਣੀ ਆ, ਉਹਦੇ ਵਿੱਚੋਂ ਤੁਹਾਨੂੰ 2 ਜਾਂ 3 ਗ੍ਰਾਮ ਫੈਟ ਮਿਲਣੀ ਆ, ਕੋਈ ਬੜੀ ਗੱਲ ਨਹੀਂ। ਸੇਮ ਜੇ 100 ਗ੍ਰਾਮ ਚਿਕਨ ਬ੍ਰੈਸਟ ਤੇ ਤੁਹਾਨੂੰ 20 ਗ੍ਰਾਮ ਪ੍ਰੋਟੀਨ ਮਿਲਦਾ, 2-3 ਗ੍ਰਾਮ ਫੈਟ ਆ ਜਾਵੇ, ਕੋਈ ਬੜੀ ਗੱਲ ਨਹੀਂ। ਐਦਾਂ ਹੀ ਜੇ ਤੁਸੀਂ ਐਕਸਟਰਾ ਲੀਨ ਰੈੱਡ ਮੀਟ ਵੀ ਖਾਂਦੇ ਹੋ, ਪੂਰਾ ਲੀਨ, ਉਹ ਵੀ ਤੁਹਾਨੂੰ 100 ਗ੍ਰਾਮ ਪਿੱਛੇ 9-10 ਗ੍ਰਾਮ ਫੈਟ ਮਿਲੂਗੀ। ਉਹ ਗੱਲ ਵੱਖਰੀ ਹੈ ਵੀ ਉਹ ਪ੍ਰੋਡਕਟ ਗ੍ਰਾਸ ਫੀਡ ਆ ਤਾਂ CL ਤੇ ਓਮੇਗਾ 3 ਫੈਟ ਜ਼ਿਆਦਾ ਮਿਲਦੀ ਹੈ, ਸੈਚੂਰੇਟ ਥੋੜੀ ਜਿਹੀ ਘੱਟ ਮਿਲਦੀ ਆ, ਜਾਂ ਓਮੇਗਾ 6 ਘੱਟ ਮਿਲਦੀ ਆ, ਉਹ ਡਿਫਰੈਂਟ ਟੌਪਿਕ ਆ। ਪਰ ਹਰ ਇੱਕ ਫੂਡ ਦੇ ਨਾਲ ਫੈਟ ਆਉਂਦੀ ਆ। ਐਦਾਂ ਹੀ ਜੇ ਤੁਸੀਂ ਹੋਲ ਐਗ ਮੰਨ ਲਓ, ਇੱਕ ਪਿਕ ਕਰ ਲਓ ਆਪਾਂ, ਪੂਰਾ ਆਂਡਾ, ਹੁਣ ਇੱਕ ਐਗ ਵਾਈਟ ਅੱਡ ਕੱਢ ਲਓ, ਜਿਹੜਾ ਬਿਜਲੀ ਚੀਜ਼ ਨੂੰ ਅੱਡ ਕੱਢ ਲਓ। ਜੇ ਦੋਨਾਂ ਨੂੰ ਅੱਡ ਕੱਢਤਾ ਤਾਂ ਐਨਾਬੋਲਿਕ ਰਿਸਪੌਂਸ ਚੀਜ਼ ਦਾ ਘਟ ਜਾਣਾ, ਸਮਝ ਗਏ। ਕੱਲਾ ਵਾਈਟ ਆਂਡਾ ਖਾਣਾ ਤੁਹਾਡੇ ਮਸਲ ਬਿਲਡ ਨਹੀਂ ਕਰੂਗਾ ਜਿੰਨਾ ਪੂਰਾ ਆਂਡਾ ਮਿਲਾ ਕੇ ਕਰੂਗਾ। ਮਤਲਬ ਦੋਨੇ ਚੀਜ਼ਾਂ ਪੈਕੇਜ ਇੱਕ ਮਿਲ ਕੇ ਆਉਂਦੀਆਂ ਨੇ। ਐਦਾਂ ਹੀ ਜਿੱਥੇ ਪ੍ਰੋਟੀਨ ਬਣਦਾ ਉੱਥੇ ਕਨਸੈਂਟਰੇਟ ਫਿਰ ਵੀ ਕੁਛ ਹੱਦ ਤੱਕ ਆਪਣੇ ਦੇ ਨਾਲ ਪੂਰਾ ਜਿਹੜੀ ਬਾਇਓਲੋਜੀਕਲ ਵੈਲਿਊ ਆਪਣੇ ਨਾਲ ਰੱਖਦਾ, ਕਿਉਂਕਿ ਉਹਦੇ ਵਿੱਚੋਂ ਉਹ ਪ੍ਰੋਸੈਸ ਕਰਿਆ ਹੁੰਦਾ, ਪਰ ਉਹਦੇ ਵਿੱਚੋਂ ਕੰਪਲੀਟਲੀ ਪੂਰਾ ਚੀਜ਼ਾਂ ਨਹੀਂ ਪ੍ਰੋਸੈਸ ਕਰੀਆਂ ਜਾਂਦੀਆਂ, ਕਿਉਂਕਿ ਆਈਸੋਲੇਸ਼ਨ ਦੇ ਵਿੱਚੋਂ ਨਹੀਂ ਹੋ ਕੇ ਲੰਘਦਾ ਉਹ। ਉਹਦੇ ਤੁਹਾਨੂੰ ਬੈਨੀਫਿਟ ਇਹ ਨੇ, ਹੁਣ ਲੋਕ ਸੋਚਦੇ ਹੋਣਗੇ ਯਾਰ ਫਿਰ ਅਸੀਂ ਦੁੱਧ ਦੇ ਪੀ ਲਈਏ, ਫਿਰ ਅਸੀਂ ਕਨਸੈਂਟਰੇਟ ਕਿਉਂ ਲੈਣਾ। ਹੁਣ ਇਹਦੇ ਵਿੱਚ ਚੱਕਰ ਇਹ ਆ, ਜੇ ਤੁਸੀਂ ਮੰਨ ਲਓ ਦੁੱਧ ਦਾ ਗਲਾਸ ਫੈਟ ਵਾਲਾ ਲੈਂਦੇ ਹੋ ਤਾਂ ਉਹਦੇ ਵਿੱਚੋਂ ਆਪਾਂ ਨੂੰ ਕਾਰਬ ਵੀ ਜ਼ਿਆਦਾ ਮਿਲਦੇ ਨੇ, ਫਿਰ ਉਹਦੇ ਵਿੱਚੋਂ ਆਪਾਂ ਨੂੰ ਫੈਟ ਵੀ ਜ਼ਿਆਦਾ ਆਉਂਦੀ ਆ। ਪਰ ਜਿੱਥੇ ਹੁਣ ਕਨਸੈਂਟਰੇਟ ਦੇ ਵਿੱਚ ਚੀਜ਼ ਆਉਂਦੀ ਆ ਕਿ ਉਹਦੇ ਨਾਲ ਤੁਸੀਂ ਆਪਣੀ ਜਿਹੜੀ ਦਿਨ ਦੀ ਕੈਲਰੀ ਆ ਜਾਂ ਦਿਨ ਦੀ ਕਾਰਬ ਦੇ ਫੈਟ ਨੂੰ ਕੰਟਰੋਲ ਕਰ ਸਕਦੇ ਹੋ। ਸਪੋਜ਼ ਕਰੋ ਕਿ ਤੁਸੀਂ ਵੈਜੀਟੇਰੀਅਨ ਹੋ, ਤੁਸੀਂ ਓਵਰਵੇਟ ਹੋ, ਤੁਸੀਂ ਫੈਟ ਚੋਂ ਕੈਲਰੀ ਘੱਟ ਲੈਣੀ, ਕਿਉਂਕਿ ਤੁਸੀਂ ਕੀਟੋ ਤੇ ਤਾਂ ਹੈ ਨਹੀਂ, ਤੁਸੀਂ ਕਾਰਬ ਚੋਂ ਕੈਲਰੀ ਘੱਟ ਲੈਣੀ ਹੈ। ਫਿਰ ਤੁਸੀਂ ਟੋਫੂ ਲੈਂਗੇ, ਜ਼ਿਆਦਾ ਸੋਇਆਬੀਨ ਦੇ ਪ੍ਰੋਡਕਟ ਬਾਹਲੇ ਮਾੜੇ ਹੁੰਦੇ ਨੇ, ਲਿਮਟ 'ਚ ਗੋਡਾ, ਟਫੂ ਤੋਂ ਵੀ ਇੰਨਾ ਪ੍ਰੋਟੀਨ ਨਹੀਂ ਲੈ ਸਕਦੇ, ਛੋਲੇ 'ਚ ਹੋਰ ਚੀਜ਼ਾਂ 'ਚੋਂ ਵੀ ਕੰਪਲੀਟ ਨਹੀਂ ਹੁੰਦਾ, ਤੁਹਾਨੂੰ ਡੈਰੀ ਐਡ ਕਰਨੀ ਪੈਣੀ ਹੈ। ਜੇ ਤੁਸੀਂ ਪਨੀਰ ਲੈਂਗੇ 100 ਗ੍ਰਾਮ ਪਨੀਰ ਦੇ ਵਿੱਚੋਂ ਤੁਹਾਨੂੰ 20 ਗ੍ਰਾਮ ਫੈਟ ਆਊਗੀ। ਹੁਣ 20 ਗ੍ਰਾਮ ਫੈਟ ਨੂੰ 9 ਨਾਲ ਗੁਣਾ ਕਰ ਲਓ, 180 ਕੈਲਰੀ ਬਣ ਗਈ। ਸੋ ਆਪਾਂ ਨਹੀਂ ਚਾਹੁੰਦੇ ਕਿ ਉਹ ਇੰਨੀ ਕੈਲਰੀ ਆਪਾਂ ਨੂੰ ਫੈਟ 'ਚੋਂ ਵੀ ਆਵੇ ਪ੍ਰੋਟੀਨ ਦੇ ਨਾਲ। ਇਸ ਕਰਕੇ ਜੇ ਤੁਸੀਂ ਵੈਜੀਟੇਰੀਅਨ ਵੀ ਹੋ, ਤੁਸੀਂ ਚਿਕਨ ਫਿਸ਼ ਜ਼ਿਆਦਾ ਖਾਣਾ ਨਹੀਂ ਲਾਈਕ ਕਰਦੇ, ਜਾਂ ਚਲੋ ਬੰਦੇ ਨੂੰ ਇਹ ਹੁੰਦਾ ਕਿ ਇੱਕ ਮੀਲ 'ਚ ਪ੍ਰੋਟੀਨ ਛੇਤੀ ਲਿੱਤਾ ਜਾਂਦਾ, ਤਾਂ ਕਰਕੇ ਉੱਥੇ ਕਨਸੈਂਟਰੇਟ ਪ੍ਰੋਟੀਨ ਆਪਾਂ ਐਡ ਕਰ ਲੈਂਦੇ ਹਾਂ, ਕਿਉਂਕਿ ਫਿਰ ਵੀ ਉਹਦੇ ਵਿੱਚੋਂ ਕਾਫੀ ਹੱਦ ਤੱਕ ਕਾਰਬ ਤੇ ਫੈਟ ਨਿਕਲ ਜਾਂਦੀ ਆ, ਸਟਿਲ ਆਪਾਂ ਨੂੰ ਵਧੀਆ ਪ੍ਰੋਟੀਨ ਮਿਲ ਜਾਂਦਾ। ਪਰ ਹੁਣ ਜਿੱਥੇ ਆਈਸੋਲੇਟ ਆ ਉਹਦੀ ਤਾਂ ਕੋਈ ਆਪਾਂ ਨੂੰ ਸੈਂਸ ਨਹੀਂ ਬਣਦੀ ਲੈਣ ਦੀ। ਆਈਸੋਲੇਟ ਬੰਦੇ ਕਹਿੰਦੇ ਕਿਉਂ ਨੇ ਆਈਸੋਲੇਟ ਲਓ, 2 ਚੀਜ਼ਾਂ ਕਰਕੇ ਲੋਕ ਕਹਿੰਦੇ ਨੇ ਆਈਸੋਲੇਟ ਲਓ। ਇੱਕ, ਇਹ ਛੇਤੀ ਹਾਜ਼ਮ ਹੋ ਜਾਂਦਾ ਜੀ, ਇਹਦਾ ਕੋਈ ਰੌਲਾ ਹੀ ਨਹੀਂ। ਹੁਣ ਸਟੱਡੀ ਨੇ ਸ਼ੋਅ ਕਰਿਆ ਕਿ ਮਾਰਕੀਟ ਬਣਾਈ ਸੀ ਕਿ ਆਈਸੋਲੇਟ ਪ੍ਰੋਟੀਨ ਤੁਸੀਂ ਜਿੰਮ ਤੋਂ ਬਾਅਦ ਲੈ ਲਓ, ਛੇਤੀ ਹਾਜ਼ਮ ਹੋ ਜੂ, ਛੇਤੀ ਮਸਲਾਂ ਨੂੰ ਲੱਗ ਜੂ। ਇਹ ਸਟੱਡੀ ਨੇ ਹੁਣ ਬਿਲਕੁਲ ਗੱਲ ਮਿੱਥ ਸਾਬਤ ਕਰੀ ਆ। 4 ਤੋਂ ਲੈ ਕੇ 8 ਘੰਟੇ ਦੇ ਵਿੱਚ ਤੁਹਾਡੀ ਬੋਡੀ ਪੋਸਟ ਵਰਕਆਊਟ, ਤੁਹਾਡੀ ਬੋਡੀ ਪ੍ਰੋਟੀਨ ਸਿੰਥੇਸਿਸ ਐਕਟੀਵੇਟ ਰਹਿੰਦੀਆਂ ਨੇ। ਮਤਲਬ ਕੋਈ ਪੋਸਟ ਵਰਕਆਊਟ ਮੀਲ 30 ਮਿੰਟ ਬਾਅਦ, ਘੰਟੇ ਬਾਅਦ ਕੋਈ ਜ਼ਰੂਰੀ ਨਹੀਂ, 24 ਘੰਟੇ ਦੀ ਈਟਿੰਗ ਮੈਟਰ ਕਰਦੀ ਆ। ਸੋ ਜਿੱਥੇ ਹੁਣ ਗੱਲ ਹੁੰਦੀ ਸੀ ਕਿ ਛੇਤੀ ਜਾ ਕੇ ਪ੍ਰੋਟੀਨ ਲੈਣਾ, ਉਹ ਤਾਂ ਚੀਜ਼ ਗਲਤ ਆ, ਸਮਝ ਲਓ। ਹੁਣ ਆਈਸੋਲੇਟ ਦਾ ਕੋਈ ਫਾਇਦਾ ਹੀ ਨਹੀਂ। ਨੰਬਰ 2 ਤੇ ਕਹਿੰਦੇ ਨੇ ਯਾਰ
ਜਦੋਂ ਬੰਦੇ ਦੇ ਜੀ ਕੋਈ ਸਪੈਸ਼ਲ ਗੋਲ ਹੁੰਦੇ ਨੇ ਬੋਡੀ ਬਿਲਡਿੰਗ ਦੇ ਵਿੱਚ ਜਦੋਂ ਕਰਨੀ ਹੁੰਦੀ ਆ, ਫਿਰ ਉਹਨਾਂ ਨੂੰ ਕੱਲਾ ਕੱਲਾ ਕਾਰਬ ਦੇਖਣਾ ਪੈਂਦਾ ਜੀ, ਕੱਲੀ ਕੱਲੀ ਫੈਟ ਦੇਖਣੀ ਪੈਂਦੀ ਆ, ਤਾਂ ਕਰਕੇ ਜੀ ਆਈਸੋਲੇਟ ਲੈਂਦੇ ਨੇ ਲੋਕ। ਲੈ ਦੱਸ 1 ਜਾਂ 2 ਗ੍ਰਾਮ ਫੈਟ 1 ਜਾਂ 2 ਗ੍ਰਾਮ ਕਾਰਬ ਪਿੱਛੇ ਕਿੰਨਾ ਕੁ ਫਰਕ ਪੈ ਜਾਊਗਾ। ਸਪੋਜ਼ ਕਰੋ ਕਿ ਮੈਂ ਵੱਧ ਪੈਸੇ ਦੇ ਕੇ ਆਈਸੋਲੇਟ ਲਿਆਂਦਾ, ਮਾੜੇ ਜਿਹਾ ਮੈਂ ਇੰਨੇ ਕੋਰਸ ਵੱਧ ਖਾ ਲਿਆ, ਉਹ 'ਚ ਮੈਨੂੰ 4-5 ਗ੍ਰਾਮ ਕਾਰਬ ਆ ਗਈ। ਲੈ 2 ਗ੍ਰਾਮ ਕਾਰਬ ਪਿੱਛੇ ਮੈਂ ਆਈਸੋਲੇਟ ਲਿਆ ਸੀਗਾ, ਮਾੜਾ ਜਿਹਾ ਐਪਲ ਵੱਧ ਖਾ ਲਿਆ, ਮਾੜਾ ਜੀ ਕੋਈ ਹੋਰ ਚੀਜ਼ ਖਾ ਲਈ, 2 ਗ੍ਰਾਮ ਕਾਰਬ ਉਹ 'ਚੋਂ ਆ ਗਏ। 2 ਗ੍ਰਾਮ ਕਾਰਬ ਲੈਣੇ ਕਿੰਨੇ ਕੁ ਔਖੇ ਨੇ, ਇੰਨੇ ਕੋਰਸ 'ਚੋਂ ਆ ਜਾਂਦੇ ਨੇ। ਫੈਟ ਲੈਣੀ ਕਿੰਨੀ ਕੁ ਮਤਲਬ ਔਖੀ ਆ, ਥੋੜਾ ਜਿਹਾ ਤੁਸੀਂ ਪਨੀਰ ਦਾ ਇੰਨਾ ਕੁ ਟੁਕੜਾ ਵੱਧ ਖਾ ਲਿਆ, ਤੁਹਾਨੂੰ 3-4 ਗ੍ਰਾਮ ਫੈਟ ਮਿਲ ਜਾਣੀ ਆ। ਦੁੱਧ ਵੱਧ ਪੀ ਲਿਆ, ਫੈਟ ਆ ਗਈ। ਬਦਾਮ ਵੱਧ ਖਾ ਲਏ, ਫੈਟ ਆ ਗਈ। 1-2 ਗ੍ਰਾਮ ਕਾਰਬ 1-2 ਗ੍ਰਾਮ ਫੈਟ ਪਰ ਸਕੂਪ ਪਿੱਛੇ ਕੋਈ ਸੈਂਸ ਨਹੀਂ ਬਣਦੀ, ਆਈਸੋਲੇਟ ਲਓ। ਹੁਣ ਇਹ ਦੋਏ ਮਿੱਥ ਤੁਹਾਨੂੰ ਪਤਾ ਲੱਗ ਗਏ ਕਿ ਨਾ ਤਾਂ 2-3 ਗ੍ਰਾਮ ਫੈਟ ਕਾਰਬ ਦਾ ਕੋਈ ਫਰਕ ਪੈਂਦਾ। ਦੂਜੀ ਗੱਲ ਬੋਡੀ ਬਿਲਡਿੰਗ, ਤੁਹਾਨੂੰ ਮੈਂ ਦੱਸਦਾ, ਕਹਿੰਦੇ ਨੇ ਐਂਡ ਵਾਲੇ ਦਿਨਾਂ ਦੇ ਵਿੱਚ ਜੀ ਉਹ 0 ਕਾਰਬ ਚੀਜ਼ਾਂ ਲੈਂਦੇ ਨੇ, ਇਹ ਚੀਜ਼ ਨਹੀਂ ਹੁੰਦੀ। ਮੈਂ ਬੋਡੀ ਬਿਲਡਿੰਗ ਦੇ ਵਿੱਚ ਨੈਚੁਰਲ ਸ਼ੋਅ ਕਰਿਆ, ਮੈਂ ਓਲੰਪੀਆ ਲੈਵਲ ਦੇ ਐਥਲੀਟਾਂ ਤੋਂ ਟ੍ਰੇਨਿੰਗ ਲਈ ਆ, 1 ਮੰਥ ਪਹਿਲਾਂ ਹੀ ਉਹ ਪ੍ਰੋਟੀਨ ਬੰਦ ਕਰ ਦਿੰਦੇ ਨੇ। ਉਹਦਾ ਰੀਜ਼ਨ ਕੀ ਆ, ਮੰਨ ਲਓ ਹੁਣ ਮੇਰੀ ਬੋਡੀ ਬਹੁਤ ਹਾਈ ਲੈਵਲ ਤੇ ਲੋ ਬੋਡੀ ਸੈਟ ਫੈਟ ਚੱਕੀ ਫਿਰਦਾ, ਮੈਂ 5% 6%। ਹੁਣ ਅੱਜ ਤੋਂ ਮਹੀਨੇ ਤੱਕ ਮੇਰਾ ਕੰਪੀਟੀਸ਼ਨ ਆ, ਉੱਥੇ ਮੈਂ 4-5 ਮੀਲਾ ਖਾਊਂਗਾ। ਹੁਣ ਤਾਂ ਮੈਂ ਫਾਸਟਿੰਗ ਕਰਦਾ, ਉੱਥੇ ਮੈਂ 4 ਮੀਲਾ ਤਾਂ ਖਾਊਂਗਾ ਕਿਉਂਕਿ ਮੈਂ ਹਰ ਇੱਕ 2-2 ਘੰਟੇ ਬਾਅਦ ਬੋਡੀ ਨੂੰ ਪ੍ਰੋਟੀਨ ਦੇਣਾ, ਕਿਉਂਕਿ ਹੁਣ ਨਾ ਤਾਂ ਮੇਰੇ ਤੇ ਫੈਟ ਆ, ਨਾ ਹੀ ਮੈਂ ਡਾਇਟਰੀ ਫੈਟ ਜ਼ਿਆਦਾ ਲੈਂਦਾ, ਮੈਂ ਕਟਿੰਗ ਤੇ ਆ, ਮੈਂ ਐਕਸਟ੍ਰੀਮ ਸਟੇਜ ਤੇ ਚੜ੍ਹਨਾ, ਮੇਰੇ ਕਾਰਬ ਵੀ ਲੋ ਨੇ। ਫਿਰ ਉੱਥੇ ਬੰਦਾ 4-5 ਮੀਲਾਂ ਵਿੱਚ ਹਾਈ ਪ੍ਰੋਟੀਨ ਰੱਖਦਾ ਕਿ ਤਾਂ ਕਿ ਸਾਡਾ ਪ੍ਰੋਟੀਨ ਹਾਈ ਰਹੇ, ਸਾਡੇ ਮਸਲ ਨਾ ਬ੍ਰੇਕ ਡਾਊਨ ਹੋਣ, ਕਿਉਂਕਿ ਗਲੂਕੋਜ਼ ਘੱਟ ਆ ਬੋਡੀ ਦੇ ਵਿੱਚ, ਕਾਰਬ ਲੋ ਨੇ, ਫੈਟ ਘੱਟ ਆ, ਬੋਡੀ ਪ੍ਰੋਟੀਨ ਬ੍ਰੇਕ ਡਾਊਨ ਕਰੂਗੀ। ਹੁਣ ਉੱਥੇ ਸਵਾਲ ਆਉਂਦਾ ਭੁੱਖ ਦਾ। ਸਪੋਜ਼ ਕਰੋ ਕਿ ਮੈਨੂੰ ਕਿਸੇ ਨੇ ਆਈਸੋਲੇਟ ਪ੍ਰੋਟੀਨ ਦੇਤਾ, ਆਈਸੋਲੇਟ ਪ੍ਰੋਟੀਨ ਲੈ ਕੇ ਮੇਰੀ ਕਿੰਨੀ ਕੁ ਭੁੱਖ ਮਿਟੂਗੀ। ਸੋ ਉੱਥੇ ਕੀ ਕਰਦੇ ਨੇ, ਉੱਥੇ ਰეკਮੈਂਡ ਕਰਦੇ ਨੇ ਉਹ ਠੋਸ ਪ੍ਰੋਟੀਨ ਫੂਡ, ਜਾਂ ਰੈੱਡ ਮੀਟ ਲਓ ਜਾਂ ਚਿਕਨ ਬੈਸਟ ਲਓ, ਜਿਹੜੀ ਕਮ ਸੇ ਕਮ ਤੁਹਾਡਾ ਢਿੱਡ ਭਰੇ। ਠੀਕ ਆ, ਮੈਨੂੰ ਉਹਨੇ 4-5 ਮੀਲਾਂ 'ਚ ਚਿਕਨ ਬੈਸਟ ਜਾਂ ਫਿਸ਼ ਲਾਈ ਸੀ। ਇਹਦਾ ਮਤਲਬ ਵੀ ਜੇ ਮੈਂ 100-150 ਗ੍ਰਾਮ ਪਰ ਮੀਲ ਚਿਕਨ ਬੈਸਟ ਲੈਣਾ ਤਾਂ ਠੋਸ ਪ੍ਰੋਟੀਨ ਦਾ ਸੋਰਸ ਆ, ਮੇਰਾ ਢਿੱਡ ਵੀ ਭਰੂਗਾ। ਉੱਥੇ ਮੈਂ ਆਈਸੋਲੇਟ ਪ੍ਰੋਟੀਨ ਕਿਉਂ ਲਊਂਗਾ, ਕਿੱਥੇ ਤਾਂ ਮੈਂ ਪਾਊਡਰ ਲੈ ਕੇ ਜਦੀ ਭੁੱਖਾ ਹੋਊਂਗਾ, ਸਾਰੀ ਦਿਹਾੜੀ ਵੀ ਮੈਂ ਕੱਢਣੀ ਆ। ਉੱਥੇ ਉਹ ਬੰਦੇ ਚਿਕਨ ਬ੍ਰੈਸਟ ਜਾਂ ਫਿਸ਼ ਰੈਕਮੈਂਡ ਕਰਦੇ ਨੇ ਤੁਹਾਨੂੰ, ਪ੍ਰੋਟੀਨ ਤਾਂ ਉੱਥੇ ਜਾ ਕੇ ਨਿਕਲ ਜਾਂਦਾ। ਸੋ ਆ ਵੀ ਮਿੱਥ ਕਲੀਅਰ ਆ ਜੀ। ਐਂਡ ਵਾਲੇ ਬੋਡੀ ਬਿਲਡਿੰਗ ਦੇ ਦਿਨ ਦੇ ਵਿੱਚ ਬੰਦੇ ਆਈਸੋਲੇਟ ਯੂਜ਼ ਕਰਦੇ ਨੇ ਤਾਂ ਕਿ ਉਹ 'ਚ 0 ਕਾਰਬ ਹੁੰਦਾ, ਕੋਈ ਪ੍ਰੋਟੀਨ ਨਹੀਂ ਲੈਂਦਾ। ਐਂਡ ਆਫ ਬੋਡੀ ਬਿਲਡਿੰਗ ਦੇ ਡੇ ਦੇ ਵਿੱਚ ਅਗਲਾ ਠੋਸ ਪ੍ਰੋਟੀਨ ਲੈਂਦਾ। ਫਿਰ ਚਿਕਨ ਬੈਸਟ ਤੋਂ ਲਾ ਲਓ ਹਿਸਾਬ ਤੁਸੀਂ, ਜੇ ਤੁਸੀਂ 100 ਗ੍ਰਾਮ ਚਿਕਨ ਬੈਸਟ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ, ਉਹ 'ਚੋਂ 3-4 ਗ੍ਰਾਮ ਫੈਟ ਆਉਂਦੀ ਆ। ਸੋ ਉਨੀ ਕੁ ਫੈਟ ਕੁਛ ਨਹੀਂ ਕਰਦੀ, ਥੋੜੀ ਬੋਡੀ એનર્ਜੀ ਯੂਜ਼ ਕਰ ਲੈਂਦੇ, ਕਿਉਂਕਿ ਤੁਸੀਂ ਕਾਰਡ ਵੀ ਕਰਨੇ, ਜਿਮ ਵੀ ਲਾਉਣੀ ਆ। ਸੋ ਉੱਥੇ ਵੀ ਤੁਹਾਨੂੰ ਆਈਸੋਲੇਟ ਲੈਣ ਦਾ ਕੋਈ ਫਾਇਦਾ ਨਹੀਂ। ਹੁਣ 3 ਚੀਜ਼ਾਂ ਦੇਖ ਲਈਆਂ ਤੁਸੀਂ, ਆਈਸੋਲੇਟ ਨੂੰ ਪੂਰਾ ਪ੍ਰੋਸੈਸ ਕਰਨ ਦੇ ਚੱਕਰ ਦੇ ਵਿੱਚ ਤੱਤ ਮਰਦੇ ਨੇ। ਠੀਕ ਹੈ ਜੀ, 1-2 ਗ੍ਰਾਮ ਕਾਰਬ ਫੈਟ ਦਾ ਫਰਕ ਆ, ਤੇ ਜਿੱਥੇ ਐਂਡ ਵਾਲੇ ਦਿਨਾਂ 'ਚ ਕਹਿੰਦੇ ਸੀ ਉਹਦਾ ਵੀ ਕੋਈ ਰੌਲਾ ਨਹੀਂ, ਉਹ ਮੈਂ ਤੁਹਾਨੂੰ ਸਮਝਾਤਾ। ਸਿਰਫ ਇੱਕ ਚੀਜ਼ ਕਰਕੇ, ਇੰਨੇ ਕੁ ਪੁਆਇੰਟ ਕਰਕੇ ਆਈਸੋਲੇਟ ਪ੍ਰੋਟੀਨ ਕੁਛ ਕੁ ਬੰਦੇ ਨੂੰ ਰੈਕਮੈਂਡ ਕਰਿਆ ਜਾਂਦਾ ਜਿਨ੍ਹਾਂ ਨੂੰ ਬਲੋਟਡ ਹੋ ਜਾਂਦੀ ਆ, ਉਹ ਪ੍ਰੋਟੀਨ ਹਾਜ਼ਮ ਨਹੀਂ ਆਉਂਦਾ। ਉਹ ਵੀ ਕੋਈ ਸਟੱਡੀ ਨਹੀਂ ਹੋਈ, ਹੋ ਸਕਦਾ ਤੁਹਾਨੂੰ ਹੋਰ ਕਿਸੇ ਚੀਜ਼ ਤੋਂ ਅਲਰਜੀ ਹੋਵੇ। ਕਈ ਬੰਦੇ ਬਹੁਤ ਗਲਤ ਚੀਜ਼ਾਂ ਖਾਂਦੇ ਨੇ, ਬਾਅਦ ਚੋਂ ਪ੍ਰੋਟੀਨ ਨੂੰ ਕਹਿ ਦਿੰਦੇ ਨੇ ਸਾਡੇ ਪ੍ਰੋਟੀਨ ਨੇ ਗੈਸ ਬਣਾਤੀ, ਸਾਨੂੰ ਲੈਕਟੋਸ ਪ੍ਰੋਬਲਮ ਆ। ਬਹੁਤ ਘੱਟ ਲੋਕਾਂ ਨੂੰ ਲੈਕਟੋਸ ਪ੍ਰੋਬਲਮ ਹੁੰਦੀ ਆ। ਦੁੱਧ ਕਿੰਨਾ ਪੀਂਦੇ ਨੇ, ਦੁੱਧ ਦਹੀਂ ਤੁਸੀਂ ਪਨੀਰ ਖਾਂਦੇ ਹੋ, ਕਦੇ ਤੁਹਾਨੂੰ ਲੈਕਟੋਸ ਹੁੰਦੀ ਆ। ਪਨੀਰ ਦੇ ਵਿੱਚ ਵੀ ਚਲੋ ਥੋੜੇ ਬਹੁਤ ਤਾਂ ਲੈਕਟੋਸ ਹੁੰਦੀ ਨੇ, ਕੋਈ ਪ੍ਰੋਬਲਮ ਨਹੀਂ। ਜਿਨ੍ਹਾਂ ਨੂੰ ਲੈਕਟੋਸ ਪ੍ਰੋਬਲਮ ਵੀ ਆ, ਤੁਸੀਂ ਨਾਲ ਐਕਸਟਰਾ ਸਪਲੀਮੈਂਟ ਐਡ ਕਰ ਲਓ ਕੌਨਸੈਂਟਰੇਟ ਦੇ, ਉਹਨਾਂ ਤੁਹਾਨੂੰ ਮਹਿੰਗਾ ਨਹੀਂ ਪਊਗਾ ਲੈਕਟੋਸ ਦਾ। ਸੋ ਹੁਣ ਆਹ ਚੀਜ਼ਾਂ ਤੁਹਾਡੀਆਂ ਨਿਕਲ ਗਈਆਂ ਸਾਰੇ ਮਿੱਥ ਆਈਸੋਲੇਟ ਵਾਲੇ। ਹੁਣ ਕੌਨਸੈਂਟਰੇਟ ਤੇ ਆਈਸੋਲੇਟ 'ਚ ਇੱਕ ਹੋਰ ਕੀ ਬੜਾ ਫਰਕ ਆ, ਜਿੰਨਾ ਪ੍ਰੋਟੀਨ ਲੀਨ ਹੋਊਗਾ ਓਨਾ ਤੁਹਾਡਾ ਪ੍ਰੋਟੀਨ ਇਨਸੂਲਿਨ ਸਪਾਈਕ ਕਰੂਗਾ, ਬਲੱਡ ਸ਼ੂਗਰ। ਮੰਨ ਲਓ ਹੁਣ ਤੁਸੀਂ ਆਈਸੋਲੇਟ ਲੈਣੇ ਹੋ, ਤੁਹਾਡਾ ਬਲੱਡ ਸ਼ੂਗਰ ਇਫੈਕਟ ਹੋਊ, ਇਨਸੂਲਿਨ ਛੇਤੀ ਅੱਪ ਜਾਊਗਾ, ਜਿਹੜਾ ਤੁਹਾਡਾ ਇਨਸੂਲਿਨ ਸੈਂਸਿਟੀਵਿਟੀ ਘਟਦੀ ਆ। ਆਪਾਂ ਚਾਹੁੰਦੇ ਇਨਸੂਲਿਨ ਐਨਾਬੋਲਿਕ ਹਾਰਮੋਨ ਆ, ਉਹ ਸਪਾਈਕ ਅਪ ਨਾ ਮਾਰੇ। ਸੋ ਜਿੱਥੇ ਪ੍ਰੋਟੀਨ ਦੇ ਨਾਲ ਥੋੜੀ ਜਿਹੀ ਫੈਟ ਆ ਜਾਂਦੀ ਆ, ਜਿਵੇਂ ਕੈਸੀਨ ਪ੍ਰੋਟੀਨ ਕਹਿੰਦੇ ਨੇ ਸਲੋ ਰਿਲੀਜ਼ ਹੁੰਦਾ, ਜਾਂ ਫਿਰ ਆਪਾਂ ਕਹਿੰਦੇ ਕਿ ਕੌਨਸੈਂਟਰੇਟ ਆ, ਇਹਦੇ ਵਿੱਚ ਪੂਰਾ ਥੋੜਾ ਜਿਹਾ ਸਲੋ ਰਿਲੀਜ਼ ਹੁੰਦਾ ਬੋਡੀ ਦੇ ਵਿੱਚ, ਤਾਂ ਇਹਦਾ ਮਤਲਬ ਉਹ ਥੋੜਾ ਇਨਸੂਲਿਨ ਸਪਾਈਕ ਘੱਟ ਕਰੂਗਾ, ਕਿਉਂਕਿ ਉਹਦੇ ਵਿੱਚ ਤੁਹਾਨੂੰ ਥੋੜੀ ਜਿਹੀ ਫੈਟ ਆ ਰਹੀ ਆ। ਠੀਕ ਹੈ, ਸੋ ਤੁਹਾਡਾ ਬਲੱਡ ਸ਼ੂਗਰ ਤੇ ਵੀ ਇਫੈਕਟ ਨਹੀਂ ਪਾਊਗਾ। ਉਹ ਜਿਹਨਾਂ ਨੂੰ ਡਾਇਬਟੀਜ਼ ਜਾਂ ਬਲੱਡ ਸ਼ੂਗਰ ਪ੍ਰੋਬਲਮ ਨੇ, ਮੋਟਾਪਾ, ਤਾਂ ਇਹਦਾ ਮਤਲਬ ਸਟੱਡੀ ਨੇ ਵੀ ਸ਼ੋਅ ਕਰਿਆ ਹੋਇਆ ਕੌਨਸੈਂਟਰੇਟ ਪ੍ਰੋਟੀਨ ਆਈਸੋਲੇਟ ਨਾਲੋਂ ਜ਼ਿਆਦਾ ਵਧੀਆ ਰਿਜ਼ਲਟ ਦਿੰਦਾ ਵੇਟ ਲਾਸ ਦੇ ਵਿੱਚ, ਕਿਉਂਕਿ ਉਹ ਤੁਹਾਨੂੰ ਫੁੱਲ ਰੱਖਦਾ ਲੌਂਗ ਟਰਮ ਲਈ। ਕਿਉਂਕਿ ਜਦੋਂ ਤੁਸੀਂ ਫੈਟ ਦੇ ਨਾਲ ਪ੍ਰੋਟੀਨ ਕੰਬਾਈਨ ਕਰਦੇ ਹੋ, ਫਿਰ ਤੁਹਾਡਾ ਸਟੈਟੀ ਹਾਰਮੋਨ ਅੱਪ ਜਾਂਦੇ ਨੇ, ਕੋਲੀਸਿਸਟਿਕ ਕਾਈਨਿਨ ਪੈਪਟਾਈਡ ਬਾਈ। ਮਤਲਬ ਜੇ ਤੁਸੀਂ ਆਈਸੋਲੇਟ ਦੇ ਬਰਾਬਰ ਕੌਨਸੈਂਟਰੇਟ ਲੈਂਦੇ ਹੋ ਤਾਂ ਜਿਹੜੀ ਥੋੜੀ ਉਹਦੇ ਵਿੱਚ ਫੈਟ ਆਉਂਦੀ ਉਹਨੂੰ ਤੁਹਾਨੂੰ ਬਹੁਤ ਟਾਈਮ ਫੁੱਲ ਰੱਖੂਗੀ, ਭੁੱਖ ਨਹੀਂ ਲੱਗਣ ਦਊਗੀ। ਜਿੱਥੇ ਆਈਸੋਲੇਟ ਆ ਉਹਨੇ ਥੋੜਾ ਬਲੱਡ ਸ਼ੂਗਰ ਅਪ ਕਰਨਾ, ਤੁਸੀਂ 2 ਘੰਟੇ ਬਾਅਦ ਫੇਰ ਹੰਗਰੀ ਹੋਏਗੇ। ਸੋ ਇੱਕ ਤਾਂ ਇਹ ਫਾਇਦੇ ਨੇ ਵੇਟ ਲਾਸ ਲਈ, ਕੌਨਸੈਂਟਰੇਟ ਪ੍ਰੋਟੀਨ ਜ਼ਿਆਦਾ ਬੈਸਟ ਆ ਆਈਸੋਲੇਟ ਨਾਲੋਂ। 1-2 ਗ੍ਰਾਮ ਕਾਰਬ ਦਾ ਫਰਕ ਨਹੀਂ, ਗੱਲ ਕਰਦੇ ਆ ਆਪਾਂ ਹਾਰਮੋਨਾਂ ਦੀ ਕਿ ਕਿਹੜੀਆਂ ਚੀਜ਼ਾਂ ਹੰਗਰ ਹਾਰਮੋਨ ਕੰਟਰੋਲ ਕਰਦੀਆਂ ਨੇ। ਦੂਜੀ ਗੱਲ, ਕੌਨਸੈਂਟਰੇਟ ਤੁਹਾਨੂੰ ਥੋੜਾ ਜਿਹਾ ਲੰਬੇ ਟਾਈਮ ਲਈ ਐਨਾਬੋਲਿਕ 'ਚ ਰੱਖਦਾ। ਹੁਣ ਮੰਨ ਲਓ ਤੁਸੀਂ ਆਈਸੋਲੇਟ ਲੈ ਲਿਆ, ਤੁਸੀਂ
ਕੁਇਕ ਸਪਾਈਕ ਮਾਰਿਆ, ਥੋੜੇ ਟਾਈਮ ਬਾਅਦ ਉਹਨੇ ਛੇਤੀ ਰਿਲੀਜ਼ ਹੋ ਕੇ ਡਾਊਨ ਮਾਰਨਾ। ਤਾਂ ਹੀ ਤਾਂ ਲੋਕ ਕੈਸੀਨ ਪ੍ਰੋਟੀਨ ਕੰਬਾਈਨ ਕਰਕੇ ਕਹਿੰਦੇ ਨੇ ਕਿ ਆਏ ਕੌਨਸਨਟ੍ਰੇਟ ਨਾਲ ਆਈਸੋਪ੍ਰੋਟੀਨ ਲਓ, ਕਿਉਂਕਿ ਫਿਰ ਦੋਨੇ ਸਲੋ ਰਿਲੀਜ਼ ਹੁੰਦੇ ਨੇ। ਹੁਣ ਤੋਂ ਤੁਸੀਂ ਪ੍ਰੋਟੀਨ ਲਿਆ, ਥੋੜੀ ਬਾਡੀ 'ਚ ਸਲੋ ਰਿਲੀਜ਼ ਹੋਣਾ ਉਹਨੇ, ਕਿਉਂਕਿ ਐਨਾਬੋਲਿਕ ਵਿੰਡੋ ਦਾ ਤਾਂ ਹੁਣ ਤੁਹਾਨੂੰ ਦੱਸਿਆ ਚੱਕਰ ਹੈ ਹੀ ਨਹੀਂ ਕੋਈ, ਸਾਰੀ ਦਿਹਾੜੀ ਦਾ ਪ੍ਰੋਟੀਨ ਮੈਟਰ ਕਰਦਾ। ਜਿੰਨਾ ਪ੍ਰੋਟੀਨ ਸਲੋ ਰਿਲੀਜ਼ ਹੋਊਗਾ ਬਲੱਡ ਦੇ ਵਿੱਚ, ਇਹਦਾ ਮਤਲਬ ਆਪਣੀ ਬਾਡੀ ਕੋ, ਆਪਣੇ ਮਸਲਾਂ ਕੋ ਉਨਾ ਟਾਈਮ ਆ ਉਹਨੂੰ ਹਾਜ਼ਮ ਕਰਨ ਦਾ। ਹੁਣ ਆਪਾਂ ਬੈਠੇ ਆਪਾਂ ਪ੍ਰੋਟੀਨ ਲੈ ਲਿਆ, ਜਿੰਨਾ ਬਾਡੀ ਨੂੰ ਲੱਗਿਆ ਠੀਕ ਆ, ਐਕਸਟਰਾ ਉਹਨੇ ਗਲੂਕੋਜ਼ ਬਣ ਕੇ ਫੈਟ ਸਟੋਰ ਜਾਣਾ, ਕਿਉਂਕਿ ਤੁਹਾਨੂੰ ਇੱਕ ਸਪੈਸ਼ਲ ਟਾਈਮ ਕੁਛ ਅਮੀਨੋ ਦੀ ਡਿਮਾਂਡ ਰਹਿੰਦੀ ਆ। ਹੁਣ ਜੇ ਤੁਸੀਂ ਮੰਨ ਲਓ ਮੈਂ ਬੈਠਾ ਪ੍ਰੋਟੀਨ ਹੀ ਪੀ ਜਾਵਾਂ, ਮੇਰੀ ਬਾਡੀ ਨੇ ਓਨਾ ਹੀ ਹਾਜ਼ਮ ਕਰਨਾ ਜਿੰਨੀ ਉਹਨੂੰ ਲੋੜ ਆ। ਸੋ ਮਤਲਬ ਜੇ ਹੁਣ ਕੌਨਸਨਟ੍ਰੇਟ ਥੋੜਾ ਜਿਹਾ ਸਲੋ ਰਿਲੀਜ਼ ਹੋਊਗਾ ਤਾਂ ਆਪਣੀ ਬਾਡੀ ਕੋ ਜ਼ਿਆਦਾ ਚਾਂਸ ਨੇ ਉਹਨੂੰ ਵੇਸਟ ਘੱਟ ਕਰੂ, ਜ਼ਿਆਦਾ ਟਾਈਮ ਆਪਾਂ ਨੂੰ ਐਨਾਬੋਲਿਕ 'ਚ ਵੀ ਰੱਖੂਗੀ, ਆਪਣੀ ਬਾਡੀ ਉਹਨੂੰ ਹਾਜ਼ਮ ਵੀ ਕਰੂਗੀ। ਤੇ ਹੁਣ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਿਆਦਾ ਹੋਰ ਜ਼ਰੂਰੀ ਗੱਲ ਕਰਨੀ ਆ, ਜਿਹੜਾ ਕੌਨਸਨਟ੍ਰੇਟ ਪ੍ਰੋਟੀਨ ਆ, ਜੇ ਇਹ ਤੁਹਾਨੂੰ ਬਹੁਤ ਵਧੀਆ ਮਿਲਕ ਦੇ ਪ੍ਰੋਡਕਟ ਚੋਂ ਮਿਲਦਾ ਤਾਂ ਬੈਸਟ ਆ, ਕਿਉਂਕਿ ਜਿਹੜੀ ਇਹਦੇ ਵਿੱਚੋਂ ਤੁਹਾਨੂੰ 1 ਜਾਂ 2 ਗ੍ਰਾਮ ਫੈਟ ਆਉਣੀ ਆ। ਜੇ ਤੁਹਾਡਾ ਕੌਨਸਨਟ੍ਰੇਟ ਪ੍ਰੋਟੀਨ ਗ੍ਰਾਸ ਫੀਡ ਆ, ਜਾਂ ਤੁਹਾਨੂੰ ਪਤਾ ਲੱਗ ਗਿਆ ਕਿ ਬਹੁਤ ਵਧੀਆ ਦੁੱਧ ਦੇ ਪ੍ਰੋਡਕਟਾਂ ਤੋਂ ਬਣਿਆ ਹੋਇਆ, ਕੋਈ ਹਾਰਮੋਨ ਨਹੀਂ ਐਡਡ ਦੁੱਧ 'ਚ, ਕਿਉਂਕਿ ਪ੍ਰੋਟੀਨ ਗਾਈਆਂ ਦੇ ਦੁੱਧ ਤੋਂ ਬਣਦਾ। ਗਾਈਆਂ ਕਿੱਦਾਂ ਦੀਆਂ ਨੇ, ਉਹ ਹੈਲਦੀ ਨੇ, ਉਹ ਬਾਹਰ ਧੁੱਪੇ ਫਿਰਦੀਆਂ ਨੇ, ਉਹ ਘਾਹ ਫੂਸ ਜ਼ਿਆਦਾ ਖਾਂਦੀਆਂ ਨੇ, ਓਨਾ ਹੀ ਉਹ ਜਿਹੜੀ 1-2 ਗ੍ਰਾਮ ਫੈਟ ਆਊਗੀ ਕੌਨਸਨਟ੍ਰੇਟ ਪ੍ਰੋਟੀਨ ਚੋਂ, ਉਹ CLA ਤੇ omega 3 ਫੈਟ ਆਊਗੀ, ਜੋ ਕਿ ਬਹੁਤ ਜ਼ਿਆਦਾ ਬੈਨੀਫਿਟ ਨੇ। ਲਾਸਟ ਵੀਡੀਓ ਉਹ 'ਤੇ ਹੀ ਬਣਾਈ ਸੀ, ਤੁਸੀਂ ਜਾ ਕੇ ਦੇਖ ਲਿਓ। ਮਤਲਬ ਜਿਹੜੀ ਫੈਟ ਕੌਨਸਨਟ੍ਰੇਟ ਚੋਂ ਆ ਰਹੀ ਆ ਉਹ ਵੀ ਬਹੁਤ ਹੈਲਦੀ ਆ, ਪਰ ਜੇ ਇਹ ਗੱਲ ਧਿਆਨ ਰੱਖਿਓ, ਜੇ ਉਹ ਪ੍ਰੋਟੀਨ ਗ੍ਰਾਸ ਫੀਡ ਆ ਜਾਂ ਫਿਰ ਉਹ ਗੁੱਡ ਕੁਆਲਿਟੀ ਦੇ ਮਿਲਕ ਤੋਂ ਬਣਿਆ ਹੋਇਆ। ਚਲੋ ਫਿਰ ਵੀ ਜੇ ਗ੍ਰਾਸ ਫੀਡ ਵੀ ਨਹੀਂ ਹੈਗਾ ਤਾਂ ਵੀ ਤੁਹਾਨੂੰ ਮੈਂ ਫਾਇਦੇ ਦੱਸੇ ਨੇ, ਕਿਉਂਕਿ ਗ੍ਰਾਸ ਫੀਡ ਤੁਹਾਨੂੰ ਥੋੜਾ ਬਹੁਤਾ ਮਹਿੰਗਾ ਮਿਲਣਾ, ਕਿਉਂਕਿ omega 3 ਤੇ CLA ਫੈਟ ਬਹੁਤ ਕੰਮ ਦੀ ਫੈਟ ਆ। ਗ੍ਰਾਸ ਫੀਡ ਪ੍ਰੋਟੀਨ ਦੇ ਵਿੱਚ ਬਹੁਤ ਜ਼ਿਆਦਾ ਬਾਇਓਲੋਜੀਕਲ ਵੈਲਿਊ ਹੁੰਦੀ ਆ ਚੀਜ਼ਾਂ ਦੇ, ਹੋਰ ਬਹੁਤ ਤੱਤ ਹੁੰਦੇ ਨੇ ਉਹ ਪ੍ਰੋਟੀਨ 'ਚ। ਪਰ ਹੁਣ ਆਪਾਂ ਅੱਜ ਗੱਲ ਕਰਨੀ ਆ ਕਿ ਆਈਸੋਲੇਟ ਕੌਨਸਨਟ੍ਰੇਟ ਦੇ ਵਿੱਚ ਹੁਣ ਫਰਕ ਕੀ ਆ। ਫਿਰ ਵੀ ਕਹਿਣ ਦਾ ਭਾਵ ਇਹ ਆ ਕਿ ਜੇ ਪ੍ਰੋਡਕਟ ਤੁਹਾਡੇ ਕੋਲ ਗ੍ਰਾਸ ਫੀਡ ਵੀ ਨਹੀਂ ਹੈਗਾ ਤਾਂ 1-2 ਗ੍ਰਾਮ ਫੈਟ ਕਾਰਬ ਪਿੱਛੇ ਤੁਸੀਂ ਇੰਨਾ ਮਹਿੰਗਾ ਪ੍ਰੋਟੀਨ ਲੈਂਦੇ ਹੋ, ਤੇ ਇਹਦੇ ਨਾਲੋਂ ਬੈਨੀਫਿਟ ਵੀ ਘੱਟ ਨੇ, ਕਿਉਂਕਿ ਐਨਾਬੋਲਿਕ ਰਿਸਪੌਂਸ ਵੀ ਘੱਟ ਦਿੰਦਾ, ਵੇਟ ਲਾਸ ਲਈ ਵੀ ਉਹਨਾਂ ਵਧੀਆ ਨਹੀਂ ਹੈਗਾ, ਤੇ ਤੁਹਾਡੀ ਭੁੱਖ ਵੀ ਨਹੀਂ ਮਿਟਾਉਂਦਾ ਉਹ। ਸੋ ਤੁਸੀਂ ਹੁਣ ਦੇਖਿਆ ਕਿ ਜਿਹੜਾ ਬੇ ਪ੍ਰੋਟੀਨ ਸਿੰਪਲ ਕੌਨਸਨਟ੍ਰੇਟ ਆ, ਇਹਦੇ ਆਈਸੋਲੇਟ ਨਾਲੋਂ ਜ਼ਿਆਦਾ ਬੈਨੀਫਿਟ ਨੇ, ਕਿਉਂਕਿ ਇਹ ਪ੍ਰੋਸੈਸ ਹੁੰਦਾ ਫਿਰ ਵੀ ਸਟਿਲ ਆਪਾਂ ਨੂੰ ਕਾਰਬ ਫੈਟ ਨਿਕਲ ਜਾਂਦੇ ਨੇ, ਸਟਿਲ ਆਪਾਂ ਨੂੰ 80% ਪ੍ਰੋਟੀਨ ਮਿਲਦਾ। ਜਿੱਥੇ ਆਈਸੋਲੇਟ ਨੂੰ ਮੈਂ ਪਹਿਲਾਂ ਦੱਸਿਆ ਸੀ ਜ਼ਿਆਦਾ ਪ੍ਰੋਸੈਸ ਕਰਦੇ ਨੇ, ਉਹ ਪ੍ਰੋਟੀਨ ਨੂੰ ਡੀਨੇਚਰ ਕਰਦੇ ਨੇ, ਸਭ ਤੁਹਾਡੇ ਤੋਂ ਓਲਾ ਰੱਖਿਆ ਹੋਇਆ, ਜਸਟ ਮਾਰਕੀਟਿੰਗ ਆ ਇਹ। ਸੋ ਜਿੰਨਾ ਪ੍ਰੋਡਕਟ ਘੱਟ ਪ੍ਰੋਸੈਸ ਹੋਊਗਾ, ਜਿਵੇਂ ਕੌਨਸਨਟ੍ਰੇਟ ਘੱਟ ਪ੍ਰੋਸੈਸ ਆ ਪਰ ਸਟਿਲ ਉਹਦੇ ਵਿੱਚੋਂ ਫਿਰ ਵੀ ਕਾਰਬ ਤੇ ਫੈਟ ਲੋ ਰੱਖੀ ਗਈ ਆ, ਤਾਂ ਮਤਲਬ ਫਿਰ ਵੀ ਕੁਛ ਗੁੱਡ ਜਿਹੜੇ ਕੰਪਾਊਂਡ ਨੇ ਜੋ ਕਿ ਹਰ ਇੱਕ ਹੋਲ ਫੂਡ ਨੂੰ ਮਿਲ ਕੇ ਬਣਦੇ ਨੇ, ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਪੂਰਾ ਆਂਡਾ ਜਾਂ ਚਿਕਨ ਹਰ ਇੱਕ ਚੀਜ਼ ਫੈਟ ਨਾਲ ਆਉਂਦੀ ਆ, ਤਾਂ ਉਹ ਤੱਤ ਫਿਰ ਵੀ ਦੁੱਧ ਚੋਂ ਕੁਛ ਤੱਤ ਆਉਂਦੇ ਨੇ, ਉਹ ਫੈਟ ਦੇ ਵਿੱਚ ਐਨਾਬੋਲਿਕ ਰਿਸਪੌਂਸ ਦੇਣ ਲਈ ਕੌਨਸਨਟ੍ਰੇਟ 'ਚ ਆਈਸੋਲੇਟ ਨਾਲੋਂ ਵੱਧ ਹੁੰਦੇ ਨੇ। ਸੋ ਇਹੀ ਸੀਗੀ ਵੀਡੀਓ ਆਈਸੋਲੇਟ ਤੇ ਕੌਨਸਨਟ੍ਰੇਟ ਦੇ ਵਿੱਚ। ਹੁਣ ਤੁਹਾਡੀ ਚੁਆਇਸ ਆ, ਤੁਸੀਂ ਕਿਹੜਾ ਲੈਣਾ ਚਾਹੁੰਦੇ ਹੋ। ਤੇ ਹੁਣ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ। ਦਿਸ ਇਜ਼ ਹੈਰੀ ਮੰਡੇਰ। ਵਾਹਿਗੁਰੂ ਮਿਹਰ ਕਰੇ। ਲਵ ਯੂ ਆਲ।